ਇਹ ਹੁਣ ਜਿਹੜੇ ਐਸਟੈਬਲਿਸ਼ਮੈਂਟ ਇਹਨਾਂ ਦੇ ਵਿੱਚੋਂ ਤੇ ਕੋਈ ਇੱਕ ਦਾਣਾ ਵੀ ਐਸਾ ਨਹੀਂ ਜਿਹੜਾ ਉਹ ਪੁਰਾਣੀਆਂ ਵਾਲਾ ਹੋਏ। ਇਹ ਸਾਰੇ ਅੱਗੇ ਵੇ ਫਾਰਵਰਡ ਵਾਲੇ ਨੇ, ਪਾਕਿਸਤਾਨ ਦੀ ਤਰੱਕੀ ਵਾਲੇ ਨੇ, ਤੇ ਮੈਂ ਇਹਨਾਂ ਨੂੰ ਸਲਾਮ ਪੇਸ਼ ਕਰਨਾ। ਤੇ ਇੱਥੇ ਮੈਂ ਇਹੀ ਕਹਾਂਗਾ ਪਰਵੇਜ਼ ਲਾਈ ਸਾਹਿਬ ਜਦੋਂ ਔਲਾਦ ਗੰਦੀ ਨਿਕਲ ਆਏ ਤੇ ਫਿਰ ਇਹ ਗੰਦੇ ਕੰਮ ਤੇ ਭੁਗਤਣੇ ਪੈਂਦੇ ਨੇ। ਜੀ ਚੌਰ ਸਾਹਿਬ, ਗੰਦੇ ਕੰਮ ਭੁਗਤਣੇ ਪੈਂਦੇ ਨੇ, ਬਿਲਕੁਲ ਠੀਕ ਹੈ ਚੌਰ ਸਾਹਿਬ। ਵੈਸੇ ਬਿਠਾ ਜੀ ਇਹ ਤੇ ਦੱਸੋ ਤੁਸੀਂ ਕਿ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਸ਼ਾਮਲ ਮਿਸ ਕਰ ਗਏ ਹੋ, ਔਲਾਦ ਚੰਗੀ ਹੋਵੇ ਤੇ ਸੁੱਖ ਦਿੰਦੀ ਹੈ, ਪਰ ਅਗਰ ਔਲਾਦ ਮਾੜੀ ਹੋਵੇ ਤੇ ਪਾਕਿਸਤਾਨ ਦੇ ਵਿੱਚ ਆਪਾਂ ਪਿੰਡਾਂ ਦੇ ਲੋਕ ਹਾਂ, ਮਾਂ ਪਿਓ ਜੇਲ੍ਹਾਂ 'ਚ ਰੁਲਦੇ ਵੇਖੇ ਨੇ, ਥਾਣਿਆਂ 'ਚ ਜ਼ਲੀਲ ਹੁੰਦੇ ਵੇਖੇ ਨੇ। ਚੋਰੀ ਮੋਨਸ ਲਈ ਦਾ ਹਿਸਾਬ ਵੀ ਕੋਈ ਥੋੜਾ ਬਹੁਤ ਇਹੋ ਜਿਹਾ ਨਹੀਂ ਕਿ ਮਤਲਬ ਚੋਰ ਸਾਹਿਬ ਦੀ ਇਸ ਜ਼ਲਾਲਤ ਦੇ ਵਿੱਚ ਮੋਨਸ ਦਾ ਵੀ ਬਥੇਰਾ ਸਾਰਾ ਹੱਥ ਹੈ ਜੀ? ਜੀ ਬਿਲਕੁਲ ਸਰ, ਮੁਨਸਲਾਈ ਸਾਹਿਬ ਜਿਹੜੇ ਨੇ ਇੱਕ ਤੇ ਉਹ ਬਹੁਤ ਵੱਡਾ ਜਰਾਇਮ ਪੇਸ਼ਾ ਆਦਮੀ ਜੀ, ਉਹਦੇ ਬਹੁਤ ਜ਼ਿਆਦਾ ਸਕੈਂਡਲ ਨੇ ਲੋਕਾਂ ਕੋਲ, ਸਾਡੇ ਕੋਲ ਵੀ, ਪਾਕਿਸਤਾਨ ਦੇ ਅਦਾਰਿਆਂ ਕੋਲ ਵੀ। ਇੱਕ ਤੇ ਕਰਪਸ਼ਨ ਦੇ ਸਕੈਂਡਲ ਨੇ ਨਾ, ਔਰ ਇੱਕ ਦੂਸਰੀ ਸਾਈਡ ਦੇ ਸਕੈਂਡਲ ਨੇ ਜਿਹਦੇ ਵਿੱਚ ਗਾਂ ਕਪੜਾ ਖਾਂਦੀ ਹੈ, ਠੀਕ ਹੈ ਨਾ। ਤੇ ਇਸ ਵਾਸਤੇ ਉਹਦੇ ਬਹੁਤ ਲੰਮੇ ਸਕੈਂਡਲ ਨੇ। ਔਰ ਇੱਕ ਅਯਾਸ਼ ਔਰ ਇੱਕ ਵਿਗੜਿਆ ਬੱਚਾ ਸੀ, ਅਯਾਸ਼ ਔਰ ਵਿਗੜਿਆ, ਔਰ ਉਹ ਸਮਝ ਬੈਠਾ ਸੀ ਕਿ ਅਸੀਂ ਮੈਂ ਬੜਾ ਕੁਛ ਹਾਂ ਔਰ ਇਹ ਤੇ ਉਹ। ਔਰ ਉਸ ਤੋਂ ਬਾਅਦ ਤਰੀਕੇ ਇਨਸਾਫ ਦੇ ਵਿੱਚ ਜਾਣਾ ਔਰ ਮਾਈਆਂ ਦੀ ਫਾਲੋਇੰਗ ਔਰ ਟਵਿੱਟਰ ਅਕਾਊਂਟ ਔਰ ਇਹ ਉਹ ਮੁਨਸਲਾਈ ਤੇ ਫਲਾਣਾ, ਇੱਕ ਜਿਹੜੀ ਸ਼ੋਬਿਜ਼ ਦੀ ਲਾਈਫ ਔਰ ਉਸ ਹਿਸਾਬ ਨਾਲ ਪੂਰਾ ਸਟਾਈਲ, ਔਰ ਅੱਗੋਂ ਪੀਰਨੀ ਔਰ ਸਾਰਾ ਅਨਵਰ ਔਰ ਤੋਹਫਾ ਔਰ ਮਾਈਆਂ, ਇਹ ਲੰਮੇ ਰਫੜ ਨੇ। ਲੇਕਿਨ ਮੁਨਸਲਾਈ ਮੇਰਾ ਨਹੀਂ ਅੰਦਾਜ਼ਾ ਕਿ ਮੁਨਸਲਾਈ ਔਰ ਪਾਕਿਸਤਾਨ ਦੇ ਵਿੱਚ ਵੀ ਕਾਬਲੇ ਕਬੂਲ ਹੈ, ਕਿਉਂਕਿ ਜਿਸ ਹੱਦ ਤੱਕ ਉਹ ਚਲਾ ਗਿਆ ਹੈ, ਜਿਸ ਹੱਦ ਤੱਕ ਉਹ ਮੁਲਕ ਦੁਸ਼ਮਣੀ ਦੇ ਵਿੱਚ ਚਲਾ ਜਾ ਚੁੱਕਿਆ ਹੈ। ਹੁਣ ਤੇ ਖੈਰ ਅੱਜ ਕੱਲ੍ਹ ਤੇ ਥੋੜਾ ਖਾਮੋਸ਼ ਹੈ, ਮੈਨੂੰ ਲੱਗਦਾ ਹੈ ਕਿ ਉਹਦੀ ਕਿਧਰੇ ਲਾਲ ਹੋ ਗਈ ਹੈ। ਲੇਕਿਨ ਜਿਸ ਹੱਦ ਤੱਕ ਉਹ ਚਲਾ ਗਿਆ ਸੀ, ਹੁਣ ਉਹਦਾ ਉੱਥੋਂ ਪਰਤਣਾ ਹੋ ਸਕਦਾ, ਉਹ ਪਰਤਣਾ ਚਾਹੇ, ਲੇਕਿਨ ਰਿਆਸਤ ਉਹਨੂੰ ਕਬੂਲ ਨਾ ਕਰੇ। ਸਾਡੇ ਵਰਗਿਆਂ ਨੇ ਕਬੂਲ ਨਹੀਂ ਕਰਨ ਦੇਣਾ ਕਿ ਸਰ ਜੀ ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ, ਠੀਕ ਹੈ ਨਾ ਜੀ। ਇਸ ਵਾਸਤੇ ਉਹ ਪੂਰੀ ਦੁਨੀਆ ਨੂੰ ਪਤਾ ਹੈ ਕਿ ਉਹ ਇੱਕ 2 ਨੰਬਰ ਆਦਮੀ ਹੈ, ਇੱਕ ਕਰਪਟ ਆਦਮੀ ਹੈ। ਉਹਨੇ ਬਹੁਤ ਬੇਤਹਾਸ਼ਾ ਕਰਪਸ਼ਨ ਕੀਤੀ ਹੈ, ਔਰ ਉਹਦੇ ਬੇਤਹਾਸ਼ਾ ਕਰਪਸ਼ਨ ਦੇ ਸਕੈਂਡਲ ਨੇ, ਔਰ ਬੇਤਹਾਸ਼ਾ ਅਖਲਾਕੀ ਔਰ ਗੈਰ ਅਖਲਾਕੀ ਸਕੈਂਡਲ ਨੇ। ਇਹਨਾਂ ਦੇ ਕਿਤਾਬਾਂ ਵੀ ਲਿਖੀਆਂ ਜਾਣਦੀਆਂ, ਔਰ ਮੇਰੇ ਖਿਆਲ ਨਾਲ ਕਿਧਰੇ ਨਾ ਕਿਧਰੇ ਲੋਕ ਕਿਤਾਬਾਂ ਲਿਖ ਵੀ ਰਹੇ ਨੇ। ਔਰ ਜਿਹੜੀਆਂ ਉਹਦੀਆਂ ਆਦਾਤ ਨੇ, ਉਹਨਾਂ ਆਦਾਤ ਦੇ ਬਾਰੇ ਸਾਰੇ ਸਿਆਸਤਦਾਨਾਂ ਨੂੰ ਪਤਾ, ਵੱਡਿਆਂ ਵੱਡਿਆਂ ਨੂੰ, ਕਿ ਗਾਂ ਜਿਹੜੀ ਉਹ ਕਪੜਾ ਖਾਂਦੀ ਹੈ। ਜੀ ਸਰ, ਬਿਲੀਵ ਕਰੋ ਕਿ ਮੇਰਾ ਦਿਲ ਤੇ ਨਹੀਂ ਕਰਦਾ ਪਿਆ ਅਸੀਂ ਅੱਲਾ ਹਾਫਿਜ਼ ਕਰੀਏ, ਲੇਕਿਨ ਕਿਉਂਕਿ ਇੱਥੇ ਬਹੁਤ ਸਾਰੇ ਲੋਕ ਲਿਖਦੇ ਪਏ ਨੇ ਕਿ ਮਿੱਠਾ ਜੀ ਨੂੰ ਬਾਰ-ਬਾਰ ਪ੍ਰੋਗਰਾਮ ਵਿੱਚ ਬੁਲਾਇਆ ਕਰੋ। ਮਿੱਠਾ ਜੀ ਨੇ ਟਾਈਮ ਦੀ ਪਾਰੋਂ ਕੁਝ ਉਹਨਾਂ ਦੀ ਮਸਰੂਫੀਆਤ ਮੈਨੂੰ ਦੱਸਿਆ ਹੈ, ਮੈਂ ਜ਼ਰਾ ਦੱਸ ਦਿਆਂ ਸੁਣਨ ਨੂੰ ਕਿ ਆਪਣੀ ਮਸਰੂਫੀਆਤ ਦੀ ਪਾਰੋਂ ਆਪ ਲਾਈਵ ਹੀ ਨਹੀਂ ਕਰਦੇ, ਲੇਕਿਨ ਅਸੀਂ ਫਿਰ ਵੀ ਕਿਧਰੇ ਕਿਧਰੇ ਤਰਲਾ ਮਿੰਤ ਕਰਾਂਗੇ। ਸਰ ਆਖਰੀ 2 ਸਵਾਲ ਨੇ, ਉਸ ਤੋਂ ਬਾਅਦ ਇਹ ਪਾਰਟ 1 ਇੱਕ 2 ਹਫ਼ਤੇ ਠਹਿਰ ਕੇ ਤੁਹਾਡੇ ਕੋਲ ਪਾਰਟ 2 ਵਾਸਤੇ। ਜੀ ਮੈਂ ਵੀ ਹੁਣ ਬਿਲਕੁਲ ਪਸੀਨੀ ਹੋ ਚੁੱਕਿਆ, ਕੋਈ ਬਸ 2 ਆਖਰੀ 2 ਸਵਾਲ, ਉਸ ਤੋਂ ਬਾਅਦ ਇਹ ਪਾਰਟ 1 ਇਹਦਾ ਪਾਰਟ 2 ਫਿਰ 2 ਹਫ਼ਤੇ ਬਾਅਦ ਤਰਲਾ ਕਰਾਂਗੇ, ਟਾਈਮ ਲਵਾਂਗੇ। ਬਿਲਕੁਲ ਸਰ, ਤੁਸੀਂ ਆਪਣੇ ਜਿਹੜੇ ਮਿੱਠੇ ਨੇ ਉਹਨਾਂ ਕੋਲ ਸਵਾਲਾਤ ਲੈ ਕੇ ਪਾਰਟ 2 ਲਾਜ਼ਮੀ ਬਣਾਇਆ ਜੇ। ਮੈਂ ਜਨਾਬ ਹਾਜ਼ਰ ਹਾਂ ਤੁਹਾਡੇ। ਸਰ ਲਵ ਯੂ ਹੋ ਗਿਆ। ਸਰ ਇਹ ਦੱਸੋ ਕਿ ਜਿਹੜੇ ਜੱਜ ਨੇ ਇਮਰਾਨ ਖਾਨ ਤੇ ਉਹਦੇ ਇੰਤਸ਼ਾਰੀਆਂ ਨੂੰ ਸਜ਼ਾ ਤੋਂ ਬਚਾ ਲੈਣਗੇ, ਕਿਉਂਕਿ ਕੋਸ਼ਿਸ਼ ਤੇ ਪੂਰੀ ਕਰ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਮਿਲਟਰੀ ਅਦਾਲਤਾਂ ਜਿਹੜੀਆਂ ਨੇ ਉਹਨਾਂ ਨੂੰ ਮਤਲਬ ਕਿ ਕਾਨੂੰਨ ਬਣਾ ਦੇਣ ਕਿ ਉਹਦੇ ਚ ਮੁਕਦਮੇ ਨਹੀਂ ਚੱਲਣਗੇ। ਕਾਮਯਾਬ ਹੋਣਗੇ ਜੱਜ ਜੀ? ਔਰ ਜੱਜਾਂ ਦੇ ਪ੍ਰੈਸ਼ਰ ਕੀ ਹੈ ਇਹਨਾਂ ਰਿਆਸਤ ਦੇ ਖਿਲਾਫ ਜਾਣ ਦੇ? ਸਰ ਦੇਖੋ ਸੰਦੇਲਾ ਸਾਹਿਬ, ਇਹ लंबी दास्तान है। जिस तरह पीरनी और न्याजी और तरीके इंसाफ एक लंबी दास्तान और एक नजायज़ वेड़ा है, इस तरह भी ये जी बंदयाल दी सुप्रीम कोर्ट है, ये भी एक नजायज़ वेड़ा बन चुके हैं पिछले कई सालों तो। और अज अगर पाकिस्तान की तबाही और बर्बादी है जिन्हों के कंट्रोल कर लिया इस हुकूमत ने और एस्टैबलिशमेंट ने, ਇਹ ਜਿਸ ਹਾਲਤ ਤੱਕ ਅਸੀਂ ਪਹੁੰਚੇ ਹਾਂ, ਇਹਦੇ ਵਿੱਚ ਬੰਦਿਆਲ ਔਰ ਉਹਦੇ ਨਾਲ 3-4 ਜਿਹੜੇ ਲੋਕ ਨੇ ਉਹ ਵੀ ਮੁਲਵਸ ਨੇ। ਜਿਸ ਤਰ੍ਹਾਂ ਪਾਕਿਸਤਾਨ ਨੂੰ ਤਬਾਹ ਕਰਨ ਦੇ ਵਿੱਚ ਪੀਰਨੀ, ਨਿਆਜ਼ੀ ਔਰ ਗੋਗੀ ਔਰ ਇਸ ਤਰ੍ਹਾਂ ਦੇ ਕਿਰਦਾਰ ਮੁਲਵਸ ਨੇ। ਤੇ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਪਿਛਲੇ 6-8 ਮਹੀਨੇ ਤੋਂ। ਅਬੂਰੀ ਜ਼ਮਾਨਤਾਂ ਕਦੀ 2 ਹਫ਼ਤੇ ਤੋਂ ਪਹਿਲੇ ਨਾ ਕਾਨੂੰਨ ਵਿੱਚ ਕਿਧਰੇ ਲਿਖਿਆ ਤੇ ਨਾ ਹੀ ਮਿਲ ਸਕਦੀ ਹੈ ਕਿਸੇ ਨੂੰ। ਹਰ ਕੇਸ ਵਿੱਚ ਹਰ ਰੋਜ਼ ਅਬੂਰੀ ਜ਼ਮਾਨਤ, ਰਾਹਦਾਰੀ ਜ਼ਮਾਨਤ, ਫਲਾਣੀ ਜ਼ਮਾਨਤ, ਲੋਹੇ ਲੈਲਣ ਤੋਂ ਜ਼ਮਾਨਤ, ਚੁਮੀਆਂ ਤੋਂ ਜ਼ਮਾਨਤ, ਪੁਰਾਣੇ ਲਿਤਰਾਂ ਤੋਂ ਜ਼ਮਾਨਤ, ਧਨੀਏ ਦੇ ਪੈਕਟ ਤੋਂ ਜ਼ਮਾਨਤ। ਇਹ ਜ਼ਮਾਨਤਾਂ ਤੇ ਇੰਝ ਹੀ ਸੀ ਬਈ, ਇਹ ਇੰਝ ਮਿਲਦੀਆਂ ਨੇ। ਐਡੀ ਛੇਤੀ ਤੇ ਬੰਦਾ ਸ਼ਲਵਾਰ ਚ ਨਾੜਾ ਨਹੀਂ ਪਾਉਂਦਾ ਜਿੰਨੀ ਛੇਤੀ ਇਹ ਜ਼ਮਾਨਤਾਂ ਮਿਲਦੀਆਂ ਨੇ।
ਬੇਸ਼ੱਕ ਇੰਨੀ ਛੇਤੀ ਤੇ ਸਰਕਾਰ ਆਂਡਾ ਨਹੀਂ ਜਿਹੜਾ ਉਹ ਉਬਲਦਾ ਜਾਂ ਆਂਡਾ ਫਰਾਈ ਨਹੀਂ ਹੁੰਦਾ ਜਿੰਨੀ ਛੇਤੀ ਇਹ ਅਦਾਲਤਾਂ ਇਹ ਜ਼ਮਾਨਤਾਂ ਦਿੰਦੀਆਂ ਨੇ ਉਹ ਵੀ ਅਬੂਰੀ ਕਾਨੂੰਨ ਦੇ ਵਿੱਚ ਤੇ ਇੱਕ ਵਾਰੀ ਅਬੂਰੀ ਜ਼ਮਾਨਤ ਮਿਲ ਸਕਦੀ ਹੈ ਹਫਤੇ ਦੀ ਜਾਂ 10 ਦਿਨ ਦੀ ਜਾਂ 2 ਹਫਤੇ ਦੀ ਉਸ ਤੋਂ ਬਾਅਦ ਕੋਈ ਕਾਨੂੰਨ ਹੀ ਨਹੀਂ ਹੈ ਆਇਨ ਦੇ ਵਿੱਚ ਲਿਖਿਆ ਹੀ ਨਹੀਂ ਇਹ 6 8 ਮਹੀਨੇ ਦੀਆਂ ਇਹ ਜਿਹੜੀਆਂ ਜ਼ਮਾਨਤਾਂ ਨੇ ਇਹਦੇ ਪਿੱਛੇ ਸਾਰਾ ਉਹ ਹਿਸਾਬ ਕਿਤਾਬ ਹੈ ਜਿਹਨੂੰ ਤੁਸੀਂ 9 ਮਈ ਕਹਿੰਦੇ ਹੋ ਮੇਰਾ ਮਿੱਠਾ ਇਹ ਇਹਨਾਂ ਦੀਆਂ ਫੈਮਲੀਆਂ ਮੁਲਵਸ 9 ਮਈ ਦੇ ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਦਾ ਬਹਨੋਈ ਜਿਹੜਾ ਖਾਲਾਜ਼ਾਦ ਉਹ ਕੋਰ ਕਮਾਂਡਰ ਲਾਹੌਰ ਵਾਲਾ ਉਹ ਸਲਮਾਨ ਗਨੀ ਕੀ ਉਹਦਾ ਨਾਂ ਹੈ ਉਹ ਇਹਦੀ ਫੁੱਫੀ ਦੀ ਧੀ ਜਾਂ ਖਾਲਾ ਦੀ ਧੀ ਦਾ ਖਾਮੰਦ ਹੈ ਨਾ ਉਹ ਜਿਹੜਾ ਕੋਰ ਕਮਾਂਡਰ ਹੈ ਉਹ ਸਕਾ ਰਿਸ਼ਤੇਦਾਰ ਆ ਗਿਆ ਅੱਗੋਂ ਉਹ ਮਾਈ ਜਿਹੜੀ ਹੈ 80 ਸਾਲਾ ਉਹ ਮਾਂ ਜਬੀਨ ਉਹ 2 ਡੱਬੇ ਕਲਾਸਿਕ ਬੀਅਰ ਦੇ ਲਾ ਕੇ ਤੇ ਮੈਂ ਮਾਰਸ਼ਲ ਲਾ ਲਵਾਉਣਾ ਚਾਹੁੰਦੀ ਹਾਂ ਮੈਂ ਇਹ ਕਰਨਾ ਚਾਹੁੰਦੀ ਹਾਂ ਸ਼ਿਵਾਜ ਸ਼ਰੀਫ ਦਾ ਬੇੜਾ ਗਰਕ ਇਹ ਆਸਮ ਮਨੀਰ ਮਾਰਸ਼ਲ ਲਾ ਵੀ ਨਹੀਂ ਪਿਆ ਲਾਂਦਾ ਮਤਲਬ ਬੀਅਰ ਪੀ ਕੇ ਮਾਈਆਂ ਜਿਹੜੀਆਂ ਨੇ ਉੱਥੇ ਟਪਕਦੀਆਂ ਨੇ ਠੀਕ ਹੈ ਔਰ ਉਸ ਤੋਂ ਬਾਅਦ ਇਹ ਸਾਰਾ ਹਿਸਾਬ ਕਿਤਾਬ ਇਹ ਇਹਨਾਂ ਦਾ ਇਹਤਸਾਬ ਹੋਏਗਾ ਇਹ ਬੰਦਿਆਲ ਔਰ ਇਹਦੇ ਨਾਲ ਜਿਹੜੇ ਜੱਜ ਨੇ ਇਹ ਸਹੂਲਤਕਾਰ ਨੇ 9 ਮਈ ਦੇ ਵਾਕਿਆਤ ਦੇ ਵਿੱਚ ਇਹ ਮੈਂ ਸਮਝਦਾ ਐਸਟੈਬਲਿਸ਼ਮੈਂਟ ਨੂੰ ਵੀ ਪਤਾ ਫੌਜ ਨੂੰ ਵੀ ਪਤਾ ਹਕੂਮਤ ਨੂੰ ਵੀ ਪਤਾ ਉਹ ਉਸ ਰਾਤ ਉਹਦੇ ਨਾਲ ਕੌਣ ਵੀਡੀਓ ਕਾਲਾਂ ਕਰਵਾਉਂਦਾ ਰਿਹਾ ਨੈਬ ਦੀ ਕਸਟਡੀ ਦੇ ਵਿੱਚ ਬੰਦਿਆਲ ਦੇ ਨਾਲ ਗੱਲ ਕਿੰਨੇ ਕਰਾਈ ਔਰ ਉਸ ਤੋਂ ਬਾਅਦ ਬੰਦਿਆਲ ਨੇ ਮਰਸਡੀਜ਼ ਕਿਉਂ ਕੱਲੀ ਕਿਆ ਬੰਦਿਆਲ ਦਾ ਜਵਾਈ ਸੀ ਉਹ ਮਰਸਡੀਜ਼ ਕੱਲੀ ਉਹਦੇ ਵਾਸਤੇ ਕਿਉਂਕਿ ਪਲਾਨ ਬਣ ਚੁੱਕਿਆ ਸੀ ਕਿ ਸਵੇਰੇ ਮੈਂ ਫਾਤੇ ਹੋਣਾ ਹੈ ਮੈਂ ਘੋੜੇ ਦੇ ਸਵਾਰੀ ਤੇ ਹੋਣਾ ਹੈ ਮੈਂ ਵਜ਼ੀਰ ਆਜ਼ਮ ਹੋਣਾ ਹੈ ਔਰ ਤੂੰ ਮੇਰੇ ਨਾਲ ਹੋਣਾ ਹੈ ਅਸੀਂ ਇਨਕਲਾਬ ਲੈ ਕੇ ਆ ਚੁੱਕੇ ਹਾਂ ਤੇ ਫਿਰ ਬੰਦਿਆਲ ਮੁਲਵਸ ਨਹੀਂ ਮੁਲਵਸ ਹੈ ਔਰ ਸਭ ਨੂੰ ਪਤਾ ਹੈ ਔਰ ਮੈਂ ਸਮਝਣਾ ਕਿ ਇਸੇ ਜੁਲਾਈ ਦੇ ਮਹੀਨੇ ਦੇ ਵਿੱਚ ਹੀ ਜੋ ਸਾਡੇ ਕੋਲ ਰਿਪੋਰਟ ਆ ਰਹੀ ਹੈ ਕਿ ਨਿਆਜ਼ੀ ਦੀ ਗ੍ਰਿਫਤਾਰੀ ਹੈ ਔਰ ਬੰਦਿਆਲ ਗ੍ਰਿਫਤਾਰ ਹੋਏਗਾ ਇਹ ਮੈਂ ਤੁਹਾਡੇ ਪ੍ਰੋਗਰਾਮ ਦੇ ਤਵਸਤ ਨਾਲ ਇਹ ਕਹਿ ਰਿਹਾ ਕਿਉਂ ਅਗਰ ਬੰਦਿਆਲ ਗ੍ਰਿਫਤਾਰ ਨਹੀਂ ਹੋਏਗਾ ਤੇ ਫਿਰ ਕੋਈ ਲੋੜ ਨਹੀਂ ਇਹਨੂੰ ਗ੍ਰਿਫਤਾਰ ਕਰਨ ਦੀ ਕਿਉਂਕਿ ਸਹੂਲਤਕਾਰ ਕੌਣ ਸਹੂਲਤਕਾਰ ਦਾ ਜ਼ਿਆਦਾ ਗੁਨਾਹ ਹੁੰਦਾ ਸਹੂਲਤਕਾਰ ਦਾ ਜ਼ਿਆਦਾ ਜੁਰਮ ਹੁੰਦਾ ਕਿਉਂਕਿ ਉਹ ਪੂਰਾ ਸਬਬ ਬਣ ਕੇ ਦੇ ਰਿਹਾ ਹੁੰਦਾ ਅੱਲਾ ਕਰਦੇ ਹਮਲਾ ਫੌਜ ਤੇ ਠੀਕ ਹੈ ਨਾ ਜੀ ਤੇ ਇਸ ਵਾਸਤੇ ਸਰ ਜੀ ਇਹ ਜੱਜਾਂ ਨੂੰ ਇਹ ਮੁਜ਼ਾਹਰ ਨਕਵੀ ਉਹ ਮਾਈ ਜਿਹੜੀ ਹੈ ਆਇਸ਼ਾ ਹੈ ਮਲਕ ਉਹਦੇ ਤੇ ਅਸੀਂ ਸਟੋਰੀ ਕੀਤੀ ਹੈ ਉਹ ਬੜੀ ਵੇਖਣ ਵਾਲੀ ਹੈ ਸਾਡੇ ਚੈਨਲ ਤੇ ਤੁਸੀਂ ਜਾ ਕੇ ਵੇਖ ਸਕਦੇ ਹੋ ਅਸੀਂ ਉਹਨੂੰ ਬੇਨਕਾਬ ਕੀਤਾ ਆਇਸ਼ਾ ਹੈ ਮਲਕ ਨੂੰ ਉਹ ਕਿੱਥੋਂ ਆਈ ਕਿਹਦੀ ਸੈਕਟਰੀ ਸੀ ਔਰ ਕਿਸ ਹਿਸਾਬ ਕਿਤਾਬ ਵਿੱਚ ਉਹਦਾ ਉਹ ਜੱਜ ਲੱਗੀ ਹੈ ਇਜਾਜ਼ੁਲ ਐਸੈਂਸ ਹੋ ਗਿਆ ਉਸ ਤੋਂ ਬਾਅਦ ਦੂਸਰਾ ਇੱਕ ਅੱਧਾ ਹੋਰ ਹੈ ਇਹ 3-4 ਜਿਹੜੇ ਨੇ ਇਹਨਾਂ ਨੂੰ ਮੁਨੀਬ ਅਖਤਰ ਹੁਣ ਮੁਨੀਬ ਅਖਤਰ ਦਾ ਜਿਹੜਾ ਮੁੰਡਾ ਅਸੀਂ ਉਹਦੀ ਸਟੋਰੀ ਬ੍ਰੇਕ ਕੀਤੀ ਹੈ ਕਿ ਉਹ ਉਹਦੀ ਗਾਂ ਕੱਪੜਾ ਖਾਂਦੀ ਉਹਨੇ ਆਪਣੇ ਯਾਰ ਨਾਲ ਵਿਆਹ ਕੀਤਾ ਹੈ ਦੋਸਤ ਨਾਲ ਤੇ ਇਹ ਲੰਮੇ ਖਾਤੇ ਨੇ ਇਹ ਜਸਨਦੇਲਾ ਸਾਹਿਬ ਹੁਣ ਮੁਨੀਬ ਅਖਤਰ ਦਾ ਜਿਹੜਾ ਮੁੰਡਾ ਮੁਹੰਮਦ ਅਖਤਰ ਉਹਨੇ ਆਪਣੇ ਯਾਰ ਨਾਲ ਵਿਆਹ ਕੀਤਾ ਸਾਨੂੰ ਕੋਈ ਇਤਰਾਜ਼ ਨਹੀਂ ਸਾਨੂੰ ਕਿਸ ਤਰ੍ਹਾਂ ਹੋ ਸਕਦਾ ਇਹ ਬੜੀ ਅੱਛੀ ਗੱਲ ਹੈ ਇਹ ਤਰੱਕੀ ਦੁਨੀਆ ਤਰੱਕੀ ਕਰ ਰਹੀ ਹੈ ਇਹ ਅਸੀਂ ਐਪਰੀਸ਼ੀਏਟ ਕਰਨੇ ਆ ਬਈ ਅਗਰ ਕਿਸੇ ਨੂੰ ਕੋਈ ਕਿਸੇ ਕਿਸਮ ਦਾ ਕੀੜਾ ਤੇ ਪੂਰਾ ਆਪਣਾ ਮੁਕੰਮਲ ਕਰੇ ਜ਼ਿੰਦਗੀ ਇੰਜੋਏ ਕਰਨੀ ਚਾਹੀਦੀ ਹੈ ਹੁਣ ਉਹਦਾ ਮੁੰਡਾ ਜਿਹੜਾ ਮੁਹੰਮਦ ਅਖਤਰ ਹੈ ਉਹਨੇ ਆਪਣੇ ਯਾਰ ਕਾਲਜ ਫੈਲੋ ਦੇ ਨਾਲ ਵਿਆਹ ਕੀਤਾ ਹੈ ਤੇ ਇਹ ਅਸੀਂ ਕੌਣ ਹੁੰਦੇ ਆ ਜੀ ਕਿਸੇ ਨੂੰ ਕੁਝ ਕਹੀਏ ਅਸੀਂ ਤੇ ਪਿਆਰ ਹੀ ਕਰ ਸਕਦੇ ਹਾਂ ਕਿ ਯਾਰ ਠੀਕ ਹੈ ਜਿਸ ਤਰ੍ਹਾਂ ਚੱਲਦਾ ਤੇਰਾ ਟਿਊਬਲ ਚਲਾ ਕੇ ਰੱਖ ਮੇਰੀ ਜਾਨ ਠੀਕ ਹੈ ਨਾ ਇਹ ਵੀ ਅਸੀਂ ਬ੍ਰੇਕ ਕੀਤੀ ਖਬਰ ਤੇ ਇਹਨਾਂ ਨੇ ਸਜ਼ਾ ਮਿਲਣੀ ਹੈ ਔਰ ਇਹ 3-4 ਜੱਜ ਜਿਹੜੇ ਨੇ ਇਹ ਵੀ ਗ੍ਰਿਫਤਾਰ ਅਲਹਮਦੁਲਿਲਾ ਇਨਸ਼ਾਅੱਲਾ ਹੋਣਗੇ ਤੇ ਤਾਂ ਹੀ ਅਸੀਂ 9 ਮਈ ਦੇ ਅਸਲ ਮੁਜਰਮਾਨ ਨੂੰ ਫੜ ਕੇ ਤੇ ਕੈਫਰੇ ਕਿਰਦਾਰ ਤੱਕ ਪਹੁੰਚਾਵਾਂਗੇ ਇਹ ਮੁਲਕ ਦਾ ਮਾਮਲਾ ਹੈ ਇਹ ਪਾਕਿਸਤਾਨ ਦਾ ਮਾਮਲਾ ਹੈ ਸਾਡੀ ਫੌਜ ਸਾਡੀਆਂ ਸਰਹੱਦਾਂ ਦੀ ਹਿਫਾਜ਼ਤ ਦੀ ਜ਼ਮਾਨਤ ਹੈ ਔਰ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੇ ਕਿ ਕੋਈ ਮੁਲਕ ਦੁਸ਼ਮਣ ਵਿੱਚੋਂ ਹੀ ਉੱਠੇ ਔਰ ਸਾਡੀ ਫੌਜ ਦੇ ਉੱਤੇ ਧਾਵਾ ਬੋਲਣ ਦੀ ਦੁਬਾਰਾ ਕੋਸ਼ਿਸ਼ ਕਰੇ ਇਹਨੂੰ ਇਬਰਤ ਦਾ ਨਿਸ਼ਾਨ ਬਣਾਉਣਾ ਚਾਹੀਦਾ ਔਰ ਮੈਨੂੰ ਪੂਰਾ ਯਕੀਨ ਹੈ ਕਿ ਸਾਡੇ ਮਿੱਠੇ ਜਿਹੜੇ ਨੇ ਇਹ ਬਣਾ ਕੇ ਛੱਡਣ ਦੇ ਇਹ ਵਤਨ ਦੀ ਸਲਾਮਤੀ ਹੈ ਇਹ ਵਤਨ ਦੀ ਸਲਾਮਤੀ ਹੈ ਜਿਹੜਾ ਕਿ ਇਹਨਾਂ ਨੂੰ ਨਹੀਂ ਪਤਾ ਜੀ ਸਰ ਆਖਰੀ ਸਵਾਲ ਸਰ ਬਿਲਕੁਲ ਤੁਹਾਨੂੰ ਵੀ ਪਸੀਨਾ ਆਇਆ ਟਾਈਮ ਢੇਰ ਸਾਰਾ ਲੱਗ ਗਿਆ ਸ਼ਬਾਜ਼ ਗਿੱਲ ਸਾਹਿਬ ਦੇ ਬਾਰੇ ਆ ਰਿਹਾ ਕਿ ਸ਼ਬਾਜ਼ ਗਿੱਲ ਸਾਹਿਬ ਜਿਹੜਾ ਕਹਿੰਦੇ ਰਹੇ ਨੇ ਜਲਸਿਆਂ 'ਚ ਖਲੋ ਕੇ ਅਗਰ ਇਜਾਜ਼ਤ ਹੋਵੇ ਤੇ ਸਲਵਾਰ ਉੱਤੇ ਕਰ ਲਈਏ ਸਰ ਕੀ ਕਿੱਸਾ ਕਹਾਣੀ ਹੋਇਆ ਹੈ ਇਹ ਵਾਕਈ ਕੋਈ ਜ਼ੁਲਮ ਜ਼ਿਆਦਤੀ ਹੋਈ ਹੈ ਜਾਂ ਇਮਰਾਨ ਖਾਨ ਨੇ ਐਵੇਂ ਇਲਜ਼ਾਮ ਲਾਇਆ ਕਿ ਉਹਦੇ ਨਾਲ ਕੋਈ ਜਿਨਸੀ ਜ਼ਿਆਦਤੀ ਉੱਥੇ ਹੋਈ ਸਰ ਦੇਖੋ ਸਰ ਮੈਂ ਸ਼ਬਾਜ਼ ਗਿੱਲ ਜਿਹੜਾ ਉਹਦੇ ਨਾਲ ਕੋਈ ਜ਼ਿਆਦਤੀ ਨਹੀਂ ਹੋਈ ਇਸ ਗੱਲ ਸ਼ਬਾਜ਼ ਗਿੱਲ ਵੀ ਕਈ ਦਫਾ ਕਹਿ ਚੁੱਕੇ ਆ ਜੀ ਔਰ ਜਿਹੜੇ ਮੇਨ ਇਹਨਾਂ ਦੇ ਵਿੱਚ ਇੱਕ ਵਾਰੀ ਇਖਤਲਾਫਾਤ ਵੀ ਹੋਏ ਜਦੋਂ ਜੇਲ੍ਹ ਕੱਟ ਕੇ ਆਇਆ ਤੇ ਇਹਦੇ ਤੇ ਪਾਬੰਦੀ ਲਾਈ ਗਈ ਕਿ ਤੂੰ ਐਂਟਰ ਨਹੀਂ ਹੋ ਸਕਦਾ ਉਹ ਇਹੋ ਹੀ ਇਤਰਾਜ਼ ਸੀ ਉਹ ਇਹਨੂੰ ਕਹਿੰਦਾ ਸੀ ਕਿ ਤੂੰ ਕਹਿ ਕਿ ਮੇਰੇ ਨਾਲ ਜਿਨਸੀ ਜ਼ਿਆਦਤੀ ਹੋਈ ਹੈ ਉਹ ਕਹਿੰਦਾ ਸੀ ਮੇਰੇ ਨਾਲ ਹੋਈ ਨਹੀਂ ਤੇ ਮੈਂ ਕਿਉਂ ਕਵਾਂ
ਉਹਨੂੰ ਕਹਿੰਦਾ ਸੀ ਨਹੀਂ ਇਹ ਖਬਰ ਬਣੇ ਫਿਰ ਪੈਸੇ ਆਣ ਬਾਹਰੋਂ ਤਨਜ਼ੀਮਾਂ ਕੋਲੋਂ, ਇਹ ਖਬਰ ਮੈਂ ਬਣਾਉਣਾ ਚਾਹੁੰਦਾ, ਮੈਂ ਇਹਦਾ ਜਿਹੜਾ ਵਾਲੀਅਮ ਹੈ ਖਬਰ ਦਾ ਉਹ ਇੰਟਰਨੈਸ਼ਨਲੀ ਬਣਾਉਣਾ ਚਾਹੁੰਦਾ ਔਰ ਅਦਾਰਿਆਂ ਨੂੰ ਔਰ ਏਜੰਸੀਆਂ ਨੂੰ ਮੈਂ ਬਦਨਾਮ ਕਰਨਾ ਚਾਹੁੰਦਾ। ਯਾਰ ਜਿਸ ਤਰ੍ਹਾਂ ਇਹ ਉਹਨੇ ਕਿਹਾ ਕਿ ਮੇਰੇ 5 ਕਾਰਕੁਨ ਫੌਜ ਦੇ ਨਾਲ ਲੜਦੇ ਹੋਏ ਮਰ ਗਏ ਨੇ ਤੇ 1.25 ਅਰਬ ਰੁਪਈਆ ਇਕੱਠਾ ਕਰ ਲਿਆ ਉਹ ਕਾਦਿਓੜਿਆਂ ਕੋਲੋਂ, ਅਮਰੀਕਾ ਵਾਲਿਆਂ ਕੋਲੋਂ ਕਰ ਲਿਆ ਨਾ। ਬਿਲਕੁਲ ਜੀ। ਕੋਈ ਨਾ ਕੋਈ ਮਰਿਆ, ਨਾ ਕਿਸੇ ਦਾ ਅਤਾ ਨਾ ਪਤਾ, ਕਿੱਥੇ ਮਰੇ, ਕੌਣ ਸੀ ਉਹ, ਉਹਨਾਂ ਦੇ ਸ਼ਨਾਖਤੀ ਕਾਰਡ ਕਿੱਥੇ ਨੇ, ਉਹਨਾਂ ਦੀਆਂ ਕਬਰਾਂ ਕਿੱਥੇ ਨੇ, ਉਹਨਾਂ ਦੇ ਮਾਂ ਪਿਓ ਕਿੱਥੇ ਨੇ, ਨਹੀਂ ਕੋਈ ਪਤਾ ਨਹੀਂ। ਲੇਕਿਨ 1.25 ਅਰਬ ਰੁਪਈਆ ਅਮਰੀਕਾ ਦੇ ਵਿੱਚੋਂ 5 ਯੂਥੀਏ ਆਪ ਹੀ ਕਿਧਰੇ ਸਜੇ ਖਬੇ ਕਰਕੇ ਤੇ ਉਹਨਾਂ ਕੋਲੋਂ ਲੈ ਕੇ ਤੁਰ ਗਿਆ। ਤੇ ਇਹ ਸ਼ਹਬਾਜ਼ ਗਿੱਲ ਨਾਲ ਦਾ ਇਖਤਲਾਫ ਬਣਿਆ ਸੀ ਕਿ ਤੂੰ ਕਹਿ ਕਿ ਮੇਰੇ ਨਾਲ ਜ਼ਿਆਦਤੀ ਹੋਈ ਹੈ ਤੇ ਮੈਂ ਇਹਨੂੰ ਖਬਰ ਬਣਾਉਣਾ ਤੇ 4 ਆਨੇ ਤੈਨੂੰ ਵੀ ਮਿਲਣਗੇ, ਤੂੰ ਵੀ ਮਾਸੂਮ ਹੋ ਜਾਏਗਾ, ਤੈਨੂੰ ਵੀ ਜਦੋਂ ਤੂੰ ਬਾਹਰ ਜਾਏਗਾ ਤੈਨੂੰ ਪੈਸੇ ਮਿਲਣ ਦੇ ਤੇ ਮੈਨੂੰ ਵੀ 4 ਆਨੇ ਇਕੱਠੇ ਕਰ ਲੈਂਦੇ। ਤੇ ਉਹਨੇ ਇਨਕਾਰ ਕੀਤਾ ਸੀ ਕਿ ਜੀ ਮੇਰੇ ਨਾਲ ਹੋਈ ਨਹੀਂ ਜ਼ਿਆਦਤੀ ਤੇ ਮੈਂ ਕਿਉਂ ਕਵਾਂ, ਤੇ ਇਸ ਵਾਸਤੇ ਉਹਦੇ ਨਾਲ ਕੋਈ ਜ਼ਿਆਦਤੀ ਨਹੀਂ ਸੀ ਹੋਈ। ਲੇਕਿਨ ਹਾਂ ਹੁਣ ਜਿਹੜਾ ਉਹ ਪਾਕਿਸਤਾਨ ਤੋਂ ਗਿਆ, ਇਹ ਲਾਹੌਰ ਹਾਈ ਕੋਰਟ ਸਾਹਿਬ ਦੇ ਇੱਕ ਜੱਜ ਨੇ, ਉਹਨਾਂ ਦਾ ਤਲਕ ਗੁਜਰਾਤ ਨਾਲ ਹੈ, ਸੀਨ ਨਾਲ 3 ਨੁਕਤੇ ਉੱਤੇ ਪਾ ਕੇ ਉਹਨਾਂ ਦਾ ਨਾਮ ਸ਼ੁਰੂ ਹੁੰਦਾ ਤੇ 20 ਤੋਂ 25 ਲੱਖ ਰੁਪਈਆ ਉਹਨਾਂ ਨੂੰ ਉਹਨੇ ਰਿਸ਼ਵਤ ਦੇ ਕੇ ਤੇ ਉਹ ਨਾਮ ਕਢਾ ਕੇ ਤੇ ਖਾਮੋਸ਼ੀ ਦੇ ਨਾਲ ਉਹ ਨਿਕਲ ਗਿਆ। ਇਹਦੇ ਬਾਰੇ ਵੀ ਸੋਚਣਾ ਚਾਹੀਦਾ ਸਾਰਿਆਂ ਅਦਾਰਿਆਂ ਨੂੰ ਕਿ ਕਿਸ ਤਰ੍ਹਾਂ ਸ਼ਹਬਾਜ਼ ਗਿੱਲ ਦੇ ਕੋਲੋਂ ਤੇ ਉਹ ਸੈਟਲਾਈਟ ਫੋਨ ਜਿਹੜਾ ਉਹ ਬਰਾਮਦ ਹੋਇਆ ਸੀ ਔਰ 9 ਮਈ ਦਾ ਜਿਹੜਾ ਮੁਅੱਜਦ ਜਿਹੜਾ ਸੁਰਖੇਲ ਹੈ ਜਿਹੜਾ ਸਬਬ ਹੈ ਉਹਦੇ ਵਿੱਚ ਸ਼ਹਬਾਜ਼ ਗਿੱਲ ਔਰ ਉਹ ਸੈਟਲਾਈਟ ਫੋਨ ਵੀ ਤੇ ਫੌਜ ਦਾ ਸੀ ਨਾ। ਬਿਲਕੁਲ ਠੀਕ। ਉਹ ਕਿਹਦੇ ਨਾਲ ਰਾਬਤਾ ਹੁੰਦਾ ਸੀ ਔਰ ਇਹ 9 ਮਈ ਦੇ ਵਾਕਿਆਤ ਦੇ ਜਿਹੜਾ ਸਬਬ ਹੈ ਉਹਦੇ ਵਿੱਚ ਸ਼ਹਬਾਜ਼ ਗਿੱਲ ਦਾ ਹੋਣਾ ਲਾਜ਼ਮ ਹੈ। ਤੇ ਸ਼ਹਬਾਜ਼ ਗਿੱਲ ਨੂੰ ਉਹ ਜਿਹੜੇ ਜੱਜ ਨੇ ਗੁਜਰਾਤ ਦੇ ਲਾਹੌਰ ਹਾਈ ਕੋਰਟ ਦੇ ਸਾਹਿਬ ਜਿਹੜੇ ਨੇ ਉਹਨਾਂ ਨੇ ਕਿਉਂ ਜ਼ਮਾਨਤ ਦੇ ਕੇ ਤੇ ਉਹਦਾ ਨਾਮ ਹੀ ਕਢਾਇਆ ਤੇ ਕਢਾ ਕੇ ਅਮਰੀਕਾ ਫਰਾਰ ਕਰਾ ਦਿੱਤਾ, ਇਹਦੇ ਬਾਰੇ ਵੀ ਸਾਡੇ ਅਦਾਰਿਆਂ ਨੂੰ ਸੋਚਣਾ ਚਾਹੀਦਾ ਕਿ ਕਿਸ ਤਰ੍ਹਾਂ ਇੱਕ ਬੰਦਾ ਰਿਆਸਤ ਮੁਖਾਲਫ ਉਹਦੇ ਕੋਲੋਂ ਉਹ ਸਾਰੇ ਮਵਾਦ ਇਕੱਠੇ ਹੋਏ, 3-4 ਕਿਸਮ ਦੇ ਪਾਸਪੋਰਟ ਵੀ ਇਕੱਠੇ ਹੋਏ ਔਰ ਸੈਟਲਾਈਟ ਫੋਨ ਵੀ ਮਿਲਿਆ ਔਰ ਉਹਦੇ ਚੋਂ ਮਵਾਦ ਵੀ ਮਿਲਿਆ ਤੇ ਕੇਸ ਉਹਦਾ ਚੱਲਦਾ ਪਿਆ ਤੇ ਲਾਹੌਰ ਹਾਈ ਕੋਰਟ ਦਾ ਜੱਜ ਜਿਹੜਾ ਉਹ ਪੈਸੇ ਲੈ ਕੇ ਉਹਨੂੰ ਜ਼ਮਾਨਤ ਵੀ ਦਿੰਦਾ ਤੇ ਨਾਲ ਮਹੀਨੇ ਵਾਸਤੇ ਬਾਹਰ ਜਾਣ ਦੀ ਇਜਾਜ਼ਤ ਵੀ ਦਿੰਦਾ। ਇਹ ਕਿਹੜੀ ਅਦਾਲਤ ਕਰ ਸਕਦੀ ਹੈ ਤੇ ਕੀ ਖਾਤਾ ਹੈ? ਇਹਦੇ ਬਾਰੇ ਵੀ ਸਾਰਿਆਂ ਅੱਗੇ ਅਪੀਲ ਹੈ ਤੇ ਸ਼ਾਹ ਸਾਹਿਬ ਅੱਗੇ ਸਾਡੀ ਡਾਢੀ ਅਪੀਲ ਹੈ ਕਿ ਸਰ ਧਿਆਨ ਕਰ ਲਓ, ਅੰਦਰ ਅਜੇ ਲੋਕ ਲੱਗੇ ਫਿਰਦੇ ਨੇ ਜਿਹੜੇ ਹਿਸਾਬ ਕਿਤਾਬ ਸੱਜੇ ਖੱਬੇ ਕਰਦੇ ਨੇ, ਤੁਹਾਡੀ ਮਿਹਨਤ ਜਿਹੜੀ ਹੈ ਉਹ ਕਿਧਰੇ ਉਸ ਤੇ ਪਾਣੀ ਨਾ ਫੇਰੀ ਜਾਣ ਨਾਲ ਮਿੱਠਾ ਜੀ ਸਰ। ਚੱਡਾ ਸਾਹਿਬ ਬਹੁਤ ਜ਼ਿਆਦਾ ਸ਼ੁਕਰੀਆ, ਬੜਾ ਹੀ ਮਜ਼ਾ ਆਇਆ। ਬਿਲੀਵ ਕਰੋ ਕਿ 3-4 ਸਾਲ ਹੋ ਗਏ ਨੇ ਲੇਕਿਨ ਐਡਾ ਖੁੱਲ ਕੇ ਹੱਸ ਕੇ, ਬਲਕਿ ਅੱਜ ਦਾ ਪ੍ਰੋਗਰਾਮ ਮੈਂ ਨਹੀਂ ਕੀਤਾ, ਮੈਂ ਤਾਂ ਤੁਹਾਡਾ ਲਿਸਨਰ ਆ, ਤੁਹਾਡਾ ਫੈਨ ਆ, ਮੈਂ ਤਾਂ ਬਹਿ ਕੇ ਸੁਣਿਆ ਪ੍ਰੋਗਰਾਮ, ਸਵਾਲ ਵੀ ਤੁਸੀਂ ਕੀਤੇ ਨੇ ਤੇ ਜਵਾਬ ਵੀ ਤੁਸੀਂ ਦਿੱਤੇ ਨੇ। ਲੇਕਿਨ ਹਾਲੀ ਬਿਲੀਵ ਕਰੋ ਕਿ ਜਿੰਨਾ ਪ੍ਰੋਗਰਾਮ ਹੋਇਆ ਇਸ ਤੋਂ 6 ਗੁਣਾ ਜ਼ਿਆਦਾ ਸਵਾਲ ਮੇਰੀ ਸਕਰੀਨ ਤੇ ਨੇ ਔਰ ਉਹ ਬਾਰ-ਬਾਰ ਲੋਕ ਲਿਖ ਰਹੇ ਨੇ ਕਿ ਮਿੱਠਾ ਜੀ ਦਾ ਤਰਲਾ ਮਿੰਟ ਕੱਢਦੇ ਰਿਹਾ ਕਰੋ, ਕਿਧਰੇ ਕੋਈ 15-20 ਦਿਨ ਬਾਅਦ ਥੋੜਾ ਬਹੁਤ ਟਾਈਮ ਦਿੰਦੇ ਰਹਿਣ। ਤੇ ਤੁਹਾਨੂੰ ਵੀ ਰਿਕੁਐਸਟ ਹੈ। ਜੀ ਬਿਲਕੁਲ, ਬਹੁਤ ਜ਼ਿਆਦਾ ਤਦਾਦ ਤੇ ਸਾਡੇ ਮਿੱਠੇ ਸਾਨੂੰ ਵੇਖ ਰਹੇ ਨੇ ਔਰ ਮੈਂ ਇਹਨਾਂ ਸਾਰਿਆਂ ਨੂੰ ਸਲਾਮ ਪੇਸ਼ ਕਰਨਾ ਔਰ ਸਾਡੇ ਪਿਆਰੇ ਨੇ ਔਰ ਇਹਨਾਂ ਦੀ ਵਜ੍ਹਾ ਤੋਂ ਹੀ ਅਸੀਂ ਮਿੱਠੇ ਹਾਂ, ਇਹਨਾਂ ਦੀ ਵਜ੍ਹਾ ਤੋਂ ਹੀ ਤੁਸੀਂ ਸੋਸ਼ਲ ਮੀਡੀਆ ਟਾਕ ਸ਼ੋਅ ਔਰ ਇਹਨਾਂ ਦੇ ਪਿਆਰ ਔਰ ਮੁਹੱਬਤ ਦੇ ਨਾਲ ਅਸੀਂ ਇਹ ਸਫ਼ਰ ਜਿਹੜਾ ਅੱਗੇ ਲੈ ਕੇ ਚੱਲਨੇ ਆ ਤੇ ਅਸੀਂ ਬਿਲਕੁਲ ਜੀ ਮੈਂ ਹਾਜ਼ਰ ਹੋਵਾਂ ਕਰਾਂਗਾ ਜਦੋਂ ਤੁਸੀਂ ਬੁਲਾਓਗੇ। ਜਿਹੜੇ ਸਵਾਲ ਤੁਸੀਂ ਲੈ ਕੇ ਆਣੇ ਨੇ ਇਨਸ਼ਾ-ਅੱਲਾਹ ਤਾਲਾ ਇਸੇ ਤਰ੍ਹਾਂ ਹੀ ਅਸੀਂ ਬਹਿ ਕੇ ਅਸੀਂ ਦੱਸਾਂਗੇ। ਸਾਡੇ ਕੋਲ ਕੋਈ ਕਿਤਾਬ ਪੈਨ ਨਹੀਂ ਹੁੰਦਾ, ਅਸੀਂ ਖੁਦ ਹੀ ਆਪਣੇ ਅੰਦਰ ਇੱਕ ਅੱਲਾਹ ਪਾਕ ਨੇ ਸਾਨੂੰ ਟਿਕਟੌਕ ਤੇ ਤੁਸੀਂ ਬੜੀਆਂ ਲਹਾਈਆਂ ਪੜਾਈਆਂ ਕਰਦੇ ਹੋ ਸਰ। ਉਹ ਤੇ ਮੈਂ ਜਿਹੜੇ ਸਕੈਂਡਲ ਲਿਖੇ ਹੁੰਦੇ ਨੇ ਉਹਨਾਂ ਦੇ ਉੱਤੇ ਐਵੇਂ ਪੈਨਸਲ ਮਾਰਨੀ ਹੁੰਦੀ ਕਿ ਮਿੱਠਾ ਜੀ ਕੰਮ ਲੱਗੇ ਆ। ਕਿਉਂਕਿ ਟਿਕਟੌਕ ਤੇ ਲੱਗਦਾ ਹੈ ਕਿ ਚੱਠਾ ਸਾਹਿਬ ਦੀ ਜਿਹੜੀ ਨਾ ਸਾਰੀ ਤਵੱਜਾ ਛੱਡ ਦਿਓ ਗੱਲਾਂ, ਅੱਜ ਦੁਨੀਆ ਜਾਣ ਤੇ ਸਾਰੇ ਮਸਲੇ ਅੱਜ ਹੀ ਇਕੱਠੇ ਕਰਨੇ ਨੇ, ਹੱਲ ਕਰਨੇ ਨੇ। ਬਿਲਕੁਲ ਬੜਾ ਪਿਆਰਾ ਸਟਾਈਲ ਹੈ ਤੁਹਾਡਾ, ਉਹ ਬੜਾ ਪਿਆਰਾ ਸਟਾਈਲ ਹੈ, ਅੱਲਾ ਵੀ ਉਹ ਬੜਾ ਮਜ਼ਾ ਆਉਂਦਾ ਤੁਹਾਨੂੰ ਵੇਖ ਕੇ, ਜਦੋਂ ਪਿੱਛੇ ਗਾਣਾ ਲਾਉਂਦੇ ਹੋ, ਸੌਂਗ ਲਾਉਂਦੇ ਹੋ ਔਰ ਉਹ ਬੜਾ ਰੌਣਕ ਮੇਲਾ ਜਿਹੜਾ ਤੁਸੀਂ ਲਾਉਂਦੇ ਹੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਅੱਲਾ ਤੁਹਾਨੂੰ ਜੀ ਸਰ ਦੇਖੋ, ਜਦੋਂ ਅਸੀਂ ਇਸ ਕੰਮ ਦੇ ਵਿੱਚ ਆ ਗਏ ਜੀ ਔਰ ਇਹਦੇ ਦੌਰਾਨ ਹੀ ਮੈਂ ਤੁਹਾਡੇ ਵਿਊਅਰਸ ਨੂੰ ਇਹ ਵੀ ਦੱਸੀ ਜਾਵਾਂ ਕਿ ਮੈਂ ਇੱਕ ਮੌਕਾ ਆਇਆ ਸੀ ਜਦੋਂ ਸਿਆਸੀ ਡੇਰਾ ਸ਼ੁਰੂ ਕਰ ਬੈਠਾ ਤੇ ਮੈਂ ਬਿਮਾਰ ਹੋ ਗਿਆ ਉਹਦੇ